एक बार फिर तो स्वागत है एवरी मंडे ਸਿੰਘ ਦੇ ਫਾਂਡੇ ਦੇ ਨਵੇਂ ਫਾਂਡੇ ਦੇ ਵਿੱਚ, ਜਿਸ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਕਿਉਂ ਜ਼ਰੂਰੀ ਹੈ ਕੈਨੇਡਾ ਵਿੱਚ ਲੈਣੀ ਡਿਸੇਬਿਲਿਟੀ ਇੰਸ਼ੋਰੈਂਸ। ਕਿੰਨਾ ਡੂੰਘਾ ਅਸਰ ਪੈ ਸਕਦਾ ਹੈ ਕਿਸੇ ਡਿਸੇਬਿਲਿਟੀ ਦਾ ਤੁਹਾਡੀ ਜ਼ਿੰਦਗੀ ਅਤੇ ਫਾਈਨੈਂਸਿਸ ਦੇ ਉੱਤੇ, ਤੇ ਕਿਹੜੀਆਂ ਆਪਸ਼ਨਸ ਨੇ ਤੁਹਾਡੇ ਕੋਲ ਡਿਸੇਬਿਲਿਟੀ ਬੈਨੀਫਿਟਸ ਲੈਣ ਲਈ। ਕੀ ਕਹਿੰਦੇ ਨੇ ਅੰਕੜੇ ਕੈਨੇਡਾ ਦੇ ਵਿੱਚ ਡਿਸੇਬਿਲਿਟੀ ਇੰਸ਼ੋਰੈਂਸ ਦੇ ਬਾਰੇ, ਤੇ ਕੀ ਤੁਹਾਡੇ ਕੰਮ ਤੇ ਮਿਲਣ ਵਾਲੀ WSIB ਜਾਂ ਗਰੁੱਪ ਇੰਸ਼ੋਰੈਂਸ ਵਿੱਚ ਕਵਰ ਹੁੰਦੀ ਹੈ ਪੂਰੀ ਸੁਰੱਖਿਆ। ਇਸ ਤੋਂ ਇਲਾਵਾ ਕਿਉਂ ਲੋੜ ਹੈ ਡਿਸੇਬਿਲਿਟੀ ਇੰਸ਼ੋਰੈਂਸ ਦੀ ਅਤੇ ਕੀ ਕੁਝ ਹੁੰਦਾ ਹੈ ਡਿਸੇਬਿਲਿਟੀ ਇੰਸ਼ੋਰੈਂਸ ਦੀ ਕਵਰੇਜ ਦੇ ਵਿੱਚ, ਇਸ ਬਾਰੇ ਗੱਲ ਕਰਾਂਗੇ ਅਸੀਂ ਅੱਜ ਦੇ ਵੀਡੀਓ ਦੇ ਵਿੱਚ। ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਅਜੇ ਤੱਕ ਸਾਡਾ ਇਹ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਾਡਾ ਇਹ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ, ਤਾਂ ਕਿ ਤੁਸੀਂ ਹਰ ਸੋਮਵਾਰ ਪਾ ਸਕੋ ਕੋਈ ਨਵੀਂ ਜਾਣਕਾਰੀ ਕਿਸੇ ਨਵੇਂ ਫੰਡੇ ਬਾਰੇ ਤੇ ਸੁਰੱਖਿਅਤ ਕਰ ਸਕੋ ਆਪਣੇ ਪਰਿਵਾਰ ਤੇ ਫਾਈਨੈਂਸਿਸ ਨੂੰ। ਡਿਸੇਬਿਲਿਟੀ ਹੋਣ ਦੀ ਸੰਭਾਵਨਾ ਨੂੰ ਅਕਸਰ ਬੜਾ ਘਟਾ ਕੇ ਵੇਖਿਆ ਜਾਂਦਾ ਹੈ, ਪਰ ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਤਿੰਨਾਂ ਵਿੱਚੋਂ ਇੱਕ ਕੈਨੇਡੀਅਨ ਆਪਣੀ ਵਰਕਿੰਗ ਲਾਈਫ ਦੇ ਵਿੱਚ 3 ਮਹੀਨਿਆਂ ਤੋਂ ਵੱਧ ਸਮੇਂ ਲਈ ਡਿਸੇਬਿਲਿਟੀ ਦਾ ਸ਼ਿਕਾਰ ਹੋ ਸਕਦੇ ਨੇ। ਇਸ ਡਿਸੇਬਿਲਿਟੀ ਦਾ ਉਹਨਾਂ ਦੀ ਆਮਦਨ ਤੇ ਖਰਚਿਆਂ ਉੱਤੇ ਬਹੁਤ ਗਹਿਰਾ ਅਸਰ ਹੋ ਸਕਦਾ ਹੈ। ਡਿਸੇਬਿਲਿਟੀ ਨਾਲ ਆਮਦਨ ਤਾਂ ਰੁਕ ਸਕਦੀ ਹੈ, ਪਰ ਖਰਚੇ ਨੇ। ਮਾਰਗੇਜ, ਕਿਰਾਇਆ, ਗ੍ਰੋਸਰੀ, ਗੈਸ, ਇੰਸ਼ੋਰੈਂਸ, ਇਹ ਸਭ ਤਾਂ ਦੇਣੇ ਹੀ ਪੈਣਗੇ ਭਾਵੇਂ ਆਮਦਨੀ ਹੋ ਰਹੀ ਹੋਵੇ ਜਾਂ ਨਾ। ਡਿਸੇਬਿਲਿਟੀ ਤੋਂ ਹੋਣ ਵਾਲੇ ਇਸ ਪ੍ਰਭਾਵ ਨੂੰ ਜ਼ਿਆਦਾ ਬਿਹਤਰ ਸਮਝਣਾ ਹੋਵੇ ਤਾਂ ਇੱਕ ਐਗਜ਼ਾਮਪਲ ਨਾਲ ਸਮਝਿਆ ਜਾ ਸਕਦਾ ਹੈ। ਮੰਨ ਲਓ 25 ਸਾਲ ਦੇ ਕਿਸੇ ਵਿਅਕਤੀ ਦੀ ਸਾਲਾਨਾ ਆਮਦਨ $70,000 ਹੈ ਤੇ ਹਰ ਸਾਲ 2% ਨਾਲ ਇਹ ਆਮਦਨ ਵੱਧਦੀ ਜਾਵੇਗੀ। ਹੁਣ ਅਜਿਹਾ ਵਿਅਕਤੀ 65 ਸਾਲ ਦੀ ਉਮਰ ਤੱਕ ਲਗਭਗ $4.2 ਮਿਲੀਅਨ ਕਮਾ ਲਵੇਗਾ। ਪਰ ਅਗਰ ਇਹ ਵਿਅਕਤੀ ਡਿਸੇਬਲ ਹੋ ਗਿਆ ਤਾਂ ਕਮਾਉਣ ਦੀ ਤਾਕਤ ਜਾਂ ਤਾਂ ਘੱਟ ਜਾਵੇਗੀ ਜਾਂ ਫਿਰ ਖਤਮ ਵੀ ਹੋ ਸਕਦੀ ਹੈ। ਹੁਣ ਅਗਰ ਉਸ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਡਿਸੇਬਿਲਿਟੀ ਇੰਸ਼ੋਰੈਂਸ ਹੈ ਤਾਂ ਹੋ ਸਕਦਾ ਹੈ ਕਿ ਉਹ ਉਸ ਦੀ ਆਮਦਨ ਦਾ 60% ਯਾਨੀ ਕਿ 2.5 ਮਿਲੀਅਨ ਤੱਕ ਦਾ ਬੈਨੀਫਿਟ ਲੈ ਸਕਦਾ ਹੋਵੇ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਡਿਸੇਬਿਲਿਟੀ ਇੰਸ਼ੋਰੈਂਸ ਲੈਣੀ ਕਿਤੇ ਬਹੁਤ ਹੀ ਜ਼ਿਆਦਾ ਮਹਿੰਗੀ ਹੈ? ਇਹ ਡਿਸੇਬਿਲਿਟੀ ਕਦੋਂ ਤੇ ਕਿਸ ਨੂੰ ਹੋ ਸਕਦੀ ਹੈ, ਇਸ ਦਾ ਅੰਦਾਜ਼ਾ ਲਗਾ ਪਾਉਣਾ ਬਹੁਤ ਮੁਸ਼ਕਿਲ ਹੈ। ਇਹ ਵੀ ਤਾਂ ਜ਼ਰੂਰੀ ਨਹੀਂ ਕਿ ਕੋਈ ਡਿਸੇਬਿਲਿਟੀ ਸਿਰਫ ਕੰਮ ਕਰਦੇ ਦੌਰਾਨ ਹੀ ਵਾਪਰੇ। ਅੰਕੜੇ ਹੈਰਾਨ ਕਰਨ ਵਾਲੇ ਨੇ ਕਿ ਕੰਮ ਤੇ ਹੋਣ ਵਾਲੀ ਡਿਸੇਬਿਲਿਟੀ ਦੇ ਚਾਂਸਸ ਘਰ ਵਿੱਚ ਕੰਮ ਜਾਂ ਕੰਮ ਤੋਂ ਇਲਾਵਾ ਹੋਣ ਵਾਲੀ ਡਿਸੇਬਿਲਿਟੀ ਤੋਂ ਕਾਫੀ ਘੱਟ ਨੇ। ਇਸ ਲਈ ਡਿਸੇਬਿਲਿਟੀ ਨੂੰ ਸਿਰਫ ਕੰਮ ਦੇ ਨਾਲ ਜੋੜ ਕੇ ਵੇਖਣਾ ਵੀ ਸਹੀ ਨਹੀਂ ਹੈ। ਇਹ ਡਿਸੇਬਿਲਿਟੀ ਸੱਟ ਲੱਗਣ ਜਾਂ ਬਿਮਾਰੀ ਦੋਨਾਂ ਕਾਰਨਾਂ ਕਰਕੇ ਹੀ ਹੋ ਸਕਦੀ ਹੈ। CSD ਯਾਨੀ ਕਿ ਕੈਨੇਡੀਅਨ ਸਰਵੇ ਔਨ ਡਿਸੇਬਿਲਿਟੀ ਦੇ 2017 ਦੇ ਅੰਕੜਿਆਂ ਮੁਤਾਬਕ 15 ਸਾਲ ਤੋਂ ਉੱਪਰ ਲਗਭਗ 6.2 ਮਿਲੀਅਨ ਕੈਨੇਡੀਅਨ, ਜਿਹੜਾ ਕਿ ਕੈਨੇਡਾ ਦੀ ਪਾਪੂਲੇਸ਼ਨ ਲਗਭਗ 22% ਹਿੱਸਾ ਬਣਦਾ ਹੈ, ਕਿਸੇ ਨਾ ਕਿਸੇ ਡਿਸੇਬਿਲਿਟੀ ਦਾ ਸ਼ਿਕਾਰ ਹੋ ਗਿਆ ਸੀ। ਤੇ ਇਸ ਤੋਂ ਇਲਾਵਾ ਇਹਨਾਂ ਵਿੱਚੋਂ ਲਗਭਗ 71% ਲੋਕਾਂ ਨੂੰ ਇੱਕ ਤੋਂ ਵੱਧ ਡਿਸੇਬਿਲਿਟੀ ਸੀ। ਡਿਸੇਬਿਲਿਟੀ ਹੋਣ ਤੇ ਉਸ ਦੀ ਟ੍ਰੀਟਮੈਂਟ ਤੋਂ ਲੈ ਕੇ ਰੀਹੈਬਿਲਿਟੇਸ਼ਨ ਤੱਕ ਤੇ ਉਸ ਤੋਂ ਬਾਅਦ ਮੁੜ ਕੰਮ ਤੇ ਪਰਤਣ ਤੱਕ ਹੋਏ ਆਰਥਿਕ ਤੇ ਮਾਨਸਿਕ ਪ੍ਰਭਾਵ ਤੋਂ ਉੱਭਰ ਪਾਉਣ ਵਿੱਚ ਲੰਮਾ ਸਮਾਂ ਲੱਗ ਸਕਦਾ ਹੈ। ਤੇ ਇਸ ਦੌਰਾਨ ਸਾਡੇ ਖਰਚੇ ਰੁਕਣ ਦਾ ਨਾਮ ਤਾਂ ਨਹੀਂ ਲੈਂਦੇ। ਹੁਣ ਕੋਈ ਇੰਤਜ਼ਾਮ ਤਾਂ ਹੋਣਾ ਚਾਹੀਦਾ ਹੈ ਅਜਿਹੀ ਹਾਲਤ ਵਿੱਚ। ਸਾਡੇ ਕੰਮਕਾਰ ਨਾ ਕਰ ਸਕਣ ਦੀ ਹਾਲਤ ਸਾਡੇ ਖਰਚਿਆਂ ਨਾਲ ਨਜਿੱਠਣ ਲਈ ਕੰਮ ਆਉਂਦੀ ਹੈ ਡਿਸੇਬਿਲਿਟੀ ਇੰਸ਼ੋਰੈਂਸ। ਪਰ ਇਸ ਤੋਂ ਪਹਿਲਾਂ ਕਿ ਅਸੀਂ ਗੱਲ ਕਰੀਏ ਪਰਸਨਲ ਡਿਸੇਬਿਲਿਟੀ ਇੰਸ਼ੋਰੈਂਸ ਉੱਤੇ, ਚਲੋ ਵੇਖੀਏ ਕਿ ਆਪਣੀ ਪਰਸਨਲ ਡਿਸੇਬਿਲਿਟੀ ਇੰਸ਼ੋਰੈਂਸ ਲੈਣ ਤੋਂ ਇਲਾਵਾ ਆਮਦਨ ਬਣਾਈ ਰੱਖਣ ਦੇ ਹੋਰ ਕਿਹੜੇ ਆਪਸ਼ਨਸ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ EI ਯਾਨੀ ਕਿ ਇੰਪਲੋਇਮੈਂਟ ਇੰਸ਼ੋਰੈਂਸ ਦੀ। ਸੈਲਰੀ ਲੈਣ ਵਾਲੇ ਆਪਣੀ ਪੇ ਸਟੱਬ ਵਿੱਚ EI ਦੀ ਕਟੌਤੀ ਕੀਤੀ ਗਈ ਵੇਖਦੇ ਹੋਣਗੇ, ਪਰ ਸੈਲਫ ਇੰਪਲੋਇਡਸ ਲਈ ਇਹ ਕੰਟਰੀਬਿਊਸ਼ਨ ਆਪਸ਼ਨਲ ਹੁੰਦੀ ਹੈ। ਜਦੋਂ ਕਿਸੇ ਸੱਟ ਜਾਂ ਬਿਮਾਰੀ ਕਰਕੇ ਕੋਈ ਵਿਅਕਤੀ ਕੰਮ ਨਹੀਂ ਕਰ ਪਾ ਸਕਦਾ ਤਾਂ ਇਹ EI ਬੈਨੀਫਿਟ ਮਿਲਣੇ ਸ਼ੁਰੂ ਹੋ ਸਕਦੇ ਨੇ, ਪਰ EI ਦੇ ਬੈਨੀਫਿਟਸ ਸੌਖਿਆਂ ਹੀ ਨਹੀਂ ਮਿਲ ਸਕਦੇ। ਹੁਣ ਬੈਨੀਫਿਟਸ ਲੈਣ ਲਈ ਤੁਹਾਡਾ ਕੁਝ ਨਿਰਧਾਰਿਤ ਸਮੇਂ ਤੱਕ ਕੰਮ ਕੀਤਾ ਹੋਇਆ ਹੋਣਾ ਜ਼ਰੂਰੀ ਚਾਹੀਦਾ ਹੈ, ਪਰ ਇਹ EI ਬੈਨੀਫਿਟਸ ਬਹੁਤੇ ਲੰਮੇ ਸਮੇਂ ਤੱਕ ਵੀ ਨਹੀਂ ਮਿਲਦੇ ਤੇ ਇਸ ਵਿੱਚ ਮਿਲਣ ਵਾਲੀ ਰਕਮ ਵੀ ਕੋਈ ਬਹੁਤ ਜ਼ਿਆਦਾ ਨਹੀਂ ਹੁੰਦੀ। EI ਬੈਨੀਫਿਟਸ ਵਿੱਚ ਮਿਲਣ ਵਾਲੀ ਰਕਮ ਕਈ ਫੈਕਟਰਸ 'ਤੇ ਨਿਰਭਰ ਕਰਦੀ ਹੈ, ਜਿਵੇਂ ਕਿ ਡਿਸੇਬਿਲਿਟੀ ਹੋਣ ਤੋਂ ਪਹਿਲਾਂ ਕਿੰਨੇ ਘੰਟੇ ਕੰਮ ਕੀਤਾ ਗਿਆ ਸੀ, ਉਸ ਇਲਾਕੇ ਵਿੱਚ ਅਨਇੰਪਲੋਇਮੈਂਟ ਰੇਟ ਕਿੰਨਾ ਹੈ ਤਾਂ ਜੌਬ ਛੁੱਟਣ ਦਾ ਕਾਰਨ ਕੀ ਬਣਿਆ। ਆਮ ਤੌਰ 'ਤੇ ਇਹ ਬੈਨੀਫਿਟ 26 ਹਫ਼ਤਿਆਂ ਤੱਕ ਹੀ ਮਿਲਦਾ ਹੈ, ਪਰ ਕੁਝ ਇਲਾਕਿਆਂ ਜਿਨ੍ਹਾਂ ਵਿੱਚ ਅਨਇੰਪਲੋਇਮੈਂਟ ਰੇਟ ਜ਼ਿਆਦਾ ਹੈ ਇਹ ਬੈਨੀਫਿਟ 50 ਹਫ਼ਤਿਆਂ ਤੱਕ ਵੀ ਮਿਲ ਸਕਦਾ ਹੈ। ਜੇਕਰ ਸਾਲ 2023 ਵਿੱਚ ਮਿਲ ਸਕਣ ਵਾਲੀ ਮੈਕਸਿਮਮ ਵੀਕਲੀ EI ਦੀ ਗੱਲ ਕਰੀਏ ਤਾਂ ਇਹ ਰਕਮ ਸਿਰਫ $648 ਹੀ ਬਣਦੀ ਹੈ। ਹੁਣ ਸਾਡੀ ਮਾਰਗੇਜ, ਕਿਰਾਏ ਜਾਂ ਬਾਕੀ ਦੇ ਖਰਚੇ ਇੰਨੇ ਨਾਲ ਤਾਂ ਨਹੀਂ ਪੂਰੇ ਹੋ ਸਕਦੇ। ਦੂਸਰਾ ਬੈਨੀਫਿਟ ਜਿਸ ਵੱਲ ਕਿਸੇ ਡਿਸੇਬਿਲਿਟੀ ਹੋਣ 'ਤੇ ਵੇਖਿਆ ਜਾ ਸਕਦਾ ਉਹ ਹੈ WSIB
ਪਰ ਹਰ ਕੋਈ ਤਾਂ WSIB ਹੇਠਾਂ ਕਵਰ ਨਹੀਂ ਹੋਇਆ ਹੁੰਦਾ। ਹਾਂ, ਕੁਝ ਕੁ ਪ੍ਰੋਫੈਸ਼ਨਸ ਨੇ ਜਿੱਥੇ ਕਿ WSIB ਦੀ ਕਵਰੇਜ ਲੈਣੀ ਮੈਂਡੇਟਰੀ ਯਾਨੀ ਕਿ ਬਹੁਤ ਜ਼ਰੂਰੀ ਹੈ, ਪਰ ਫਿਰ ਵੀ ਬਹੁਤ ਸਾਰੇ ਪ੍ਰੋਫੈਸ਼ਨਲਸ ਜਾਂ ਸੈਲਫ ਇੰਪਲੋਇਡ ਲੋਕਾਂ ਨੂੰ ਇਹ ਕਵਰੇਜ ਲੈਣ ਆਪਸ਼ਨ ਹੁੰਦੀ ਹੈ, ਇਸ ਕਰਕੇ ਬਹੁਤੀ ਤੌਰ 'ਤੇ ਉਹਨੇ ਕਵਰੇਜ ਨਹੀਂ ਲਈ ਹੁੰਦੀ। WSIB ਦੀ ਕਵਰੇਜ ਮਿਲਦੀ ਵੀ ਸਿਰਫ ਕੰਮ 'ਤੇ ਹੀ ਹੈ, ਮਤਲਬ ਕੋਈ ਡਿਸੇਬਿਲਿਟੀ ਕੰਮ ਕਰਦੇ ਦੌਰਾਨ ਵਾਪਰੀ ਘਟਨਾ ਜਾਂ ਕੰਮ ਕਰਕੇ ਹੋਈ ਬਿਮਾਰੀ ਕਰਕੇ ਹੋਈ ਹੋਵੇ ਤਾਂ ਹੀ WSIB ਹੇਠਾਂ ਕਲੇਮ ਕਰ ਸਕਦੇ ਹਾਂ। ਪਰ ਹੁਣ ਹਰ ਡਿਸੇਬਿਲਿਟੀ ਕੰਮ 'ਤੇ ਤਾਂ ਨਹੀਂ ਹੁੰਦੀ। ਅੰਕੜੇ ਕਹਿੰਦੇ ਨੇ ਕਿ ਸਿਰਫ 5% ਦੇ ਕਰੀਬ ਡਿਸੇਬਿਲਿਟੀਆਂ ਹੀ ਕੰਮ ਦੇ ਦੌਰਾਨ ਵਾਪਰਦੀਆਂ ਨੇ। ਕੰਮ ਕਰਦੇ ਦੌਰਾਨ ਅਸੀਂ ਵਧੇਰੇ ਚੌਕਸ ਤੇ ਪ੍ਰੋਟੈਕਟਡ ਹੁੰਦੇ ਹਾਂ। ਕਹਿੰਦੇ ਨੇ ਨਾ ਕਿ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ। ਕੰਮ ਕਰਦੇ ਇਲਾਵਾ ਵੀ ਦੁਰਘਟਨਾਵਾਂ ਹੋ ਜਾਂਦੀਆਂ ਨੇ, ਪਰ ਉੱਥੇ ਫਿਰ ਇਹ WSIB ਕਵਰ ਨਹੀਂ ਕਰਦੀ। WSIB ਦੀ ਕਵਰੇਜ ਹੁੰਦਿਆਂ ਹੋਏ ਵੀ ਆਪਣੀ ਇੰਡੀਵਿਜੂਅਲ ਡਿਸੇਬਿਲਿਟੀ ਇੰਸ਼ੋਰੈਂਸ ਲੈਣਾ ਇੱਕ ਵਧੀਆ ਆਪਸ਼ਨ ਹੋ ਸਕਦੀ ਹੈ। ਅਗਰ ਡਿਸੇਬਿਲਿਟੀ ਕੰਮ ਤੇ ਜਾਂ ਕੰਮ ਕਰਕੇ ਹੋਈ ਤਾਂ ਫਿਰ WSIB, ਨਹੀਂ ਤਾਂ ਫਿਰ ਆਪਣੀ ਪਰਸਨਲ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੰਮ ਆ ਹੀ ਜਾਵੇਗੀ। ਤੀਸਰੀ ਤਰ੍ਹਾਂ ਦੀ ਡਿਸੇਬਿਲਿਟੀ ਬੈਨੀਫਿਟ ਮਿਲ ਸਕਦਾ ਹੈ ਗਰੁੱਪ ਇੰਸ਼ੋਰੈਂਸ ਤੋਂ, ਪਰ ਇਹ ਬੈਨੀਫਿਟ ਤਾਂ ਹੀ ਮਿਲ ਸਕਦਾ ਹੈ ਜੇਕਰ ਤੁਸੀਂ ਕਿਸੇ ਗਰੁੱਪ ਦੇ ਮੈਂਬਰ ਹੋ। ਹੁਣ ਸੈਲਫ ਇੰਪਲੋਇਡ ਲੋਕ ਤਾਂ ਕਿਸੇ ਗਰੁੱਪ ਦਾ ਹਿੱਸਾ ਨਹੀਂ ਹੁੰਦੇ, ਇਸ ਲਈ ਉਹਨਾਂ ਲਈ ਤਾਂ ਫਿਰ ਇੰਡੀਵਿਜੂਅਲ ਡਿਸੇਬਿਲਿਟੀ ਇੰਸ਼ੋਰੈਂਸ ਲੈਣ ਦੀ ਆਪਸ਼ਨ ਹੀ ਰਹਿ ਜਾਂਦੀ ਹੈ। ਇਸ ਗਰੁੱਪ ਕਵਰੇਜ ਵਿੱਚ ਸ਼ਾਰਟ ਟਰਮ ਤੇ ਲੌਂਗ ਟਰਮ ਡਿਸੇਬਿਲਿਟੀ ਬੈਨੀਫਿਟਸ ਮਿਲ ਸਕਦੇ ਨੇ, ਪਰ ਇੱਕ ਧਿਆਨ ਰੱਖਣ ਯੋਗ ਗੱਲ ਇਹ ਵੀ ਹੈ ਕਿ ਗਰੁੱਪ ਇੰਸ਼ੋਰੈਂਸ ਵਿਚਲੀ ਕਵਰੇਜ ਤਦ ਤੱਕ ਹੀ ਰਹਿੰਦੀ ਹੈ ਜਦੋਂ ਤੱਕ ਅਸੀਂ ਉਸ ਗਰੁੱਪ ਦਾ ਹਿੱਸਾ ਬਣੇ ਰਹਿੰਦੇ ਹਾਂ। ਨੌਕਰੀ ਛੱਡੀ ਜਾਂ ਫਿਰ ਬਦਲੀ ਤੇ ਅਸੀਂ ਇਸ ਪਾਲਿਸੀ ਦੀ ਕਵਰੇਜ ਤੋਂ ਬਾਹਰ। ਚਲੋ ਇੱਕ ਹੋਰ ਡਿਸੇਬਿਲਿਟੀ ਬੈਨੀਫਿਟ ਦੀ ਗੱਲ ਕਰਦੇ ਹਾਂ। ਇਸ ਨੂੰ ਕਹਿੰਦੇ ਨੇ CPP ਡਿਸੇਬਿਲਿਟੀ ਬੈਨੀਫਿਟ। ਇਸ ਡਿਸੇਬਿਲਿਟੀ ਬੈਨੀਫਿਟ ਨੂੰ ਲੈਣ ਲਈ ਡਿਸੇਬਲ ਹੋਣ ਦੀ ਡੈਫੀਨੇਸ਼ਨ ਜਾਂ ਕੰਡੀਸ਼ਨ ਬਹੁਤ ਟਫ ਹੈ। ਅਗਰ ਇਹ ਡਿਸੇਬਿਲਿਟੀ ਬਹੁਤ ਸਵੇਅਰ ਤੇ ਪ੍ਰੋਲੋਂਗਡ ਯਾਨੀ ਕਿ ਬਹੁਤ ਹੀ ਸੀਰੀਅਸ ਅਤੇ ਬਹੁਤ ਹੀ ਲੰਮੇ ਸਮੇਂ ਤੱਕ ਚੱਲਣ ਵਾਲੀ ਹੈ ਤਾਂ ਹੀ ਇਸ ਵਿੱਚ ਬੈਨੀਫਿਟ ਮਿਲ ਸਕਣਗੇ। ਹੁਣ ਇੱਕ ਤਾਂ ਅਜਿਹੇ ਡਿਸੇਬਿਲਿਟੀ ਬੈਨੀਫਿਟਸ ਲਈ ਕੁਆਲੀਫਾਈ ਹੋਣਾ ਇੰਨਾ ਸੌਖਾ ਵੀ ਨਹੀਂ, ਤੇ ਦੂਸਰਾ ਇਸ ਡਿਸੇਬਿਲਿਟੀ ਬੈਨੀਫਿਟ ਨੂੰ ਲੈਣ ਲਈ ਐਲੀਜੀਬਲ ਹੋਣ ਲਈ CPP ਵਿੱਚ ਸਫੀਸ਼ੀਐਂਟ ਕੰਟਰੀਬਿਊਸ਼ਨ ਕੀਤੀ ਗਈ ਹੋਣੀ ਜ਼ਰੂਰੀ ਹੈ। ਹੁਣ ਇਹ CPP ਡਿਸੇਬਿਲਿਟੀ ਬੈਨੀਫਿਟ ਕਿੰਨਾ ਮਿਲ ਸਕੇਗਾ, ਇਹ ਡਿਪੈਂਡ ਕਰੇਗਾ ਕਿ ਤੁਸੀਂ ਇਸ ਵਿੱਚ ਕਿੰਨਾ ਕੰਟਰੀਬਿਊਟ ਕੀਤਾ ਸੀ ਜਦੋਂ ਤੁਸੀਂ ਕੰਮ ਕਰਦੇ ਸੀ। ਸਾਲ 2023 ਦੇ ਵਿੱਚ CPP ਡਿਸੇਬਿਲਿਟੀ ਵਿੱਚ ਹਰ ਮਹੀਨੇ ਮੈਕਸਿਮਮ $1361 ਦਾ ਹੀ ਬੈਨੀਫਿਟ ਮਿਲ ਸਕਦਾ ਹੈ। ਇਸ CPP ਬੈਨੀਫਿਟ ਨੂੰ ਲੈਣ ਲਈ ਤੁਹਾਨੂੰ ਅਪਲਾਈ ਕਰਨਾ ਪੈਂਦਾ ਹੈ ਤੇ ਫਿਰ CPP ਵੱਲੋਂ ਨਿਰਧਾਰਿਤ ਡਾਕਟਰਸ ਵੱਲੋਂ ਮੈਡੀਕਲੀ ਐਵੈਲੂਏਟ ਯਾਨੀ ਕਿ ਪ੍ਰੀਖਣ ਹੋਣਾ ਜ਼ਰੂਰੀ ਹੈ। CPP ਡਿਸੇਬਿਲਿਟੀ ਨਾਲ ਹੀ ਜੁੜਿਆ ਇੱਕ ਹੋਰ ਬੈਨੀਫਿਟ ਹੁੰਦਾ ਹੈ CPP ਡਿਪੈਂਡੈਂਟ ਡਿਸੇਬਿਲਿਟੀ ਬੈਨੀਫਿਟ। ਜਦੋਂ ਕੋਈ CPP ਕੰਟਰੀਬਿਊਟਰ CPP ਬੈਨੀਫਿਟ ਲਈ ਐਲੀਜੀਬਲ ਹੋ ਜਾਂਦਾ ਹੈ ਤਾਂ ਉਸ ਦੇ ਬੱਚਿਆਂ ਨੂੰ ਡਿਸੇਬਲਡ ਕੰਟਰੀਬਿਊਟਰਸ ਚਾਈਲਡ ਬੈਨੀਫਿਟ ਮਿਲ ਸਕਦਾ ਹੈ। ਇਸ ਲਈ ਉਸ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਜਾਂ ਫਿਰ ਇਹ ਬੈਨੀਫਿਟ 25 ਸਾਲ ਦੀ ਉਮਰ ਤੱਕ ਹੀ ਮਿਲ ਸਕਦਾ ਹੈ ਅਗਰ ਉਹ ਬੱਚਾ ਫੁੱਲ ਟਾਈਮ ਕਿਸੇ ਰਿਕੋਗਨਾਈਜ਼ਡ ਸਕੂਲ ਜਾਂ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਹੋਵੇ। ਪਰ ਬੈਨੀਫਿਟਸ ਕੋਈ ਵੱਡੀ ਰਕਮ ਵੀ ਨਹੀਂ ਹੁੰਦੀ। ਸਾਲ 2023 ਦੇ ਵਿੱਚ ਪਰ ਚਾਈਲਡ ਇਹ ਰਕਮ $282 ਹੀ ਮਿਲ ਸਕਦੀ ਹੈ। ਜਦੋਂ ਤੁਸੀਂ ਬੈਂਕ ਤੋਂ ਮਾਰਗੇਜ ਲੈਂਦੇ ਹੋ ਤਾਂ ਉਹ ਵੀ ਤੁਹਾਨੂੰ ਮਾਰਗੇਜ ਇੰਸ਼ੋਰੈਂਸ ਲੈਣ ਦੀ ਸਲਾਹ ਦਿੰਦੇ ਨੇ। ਇਸ ਮਾਰਗੇਜ ਇੰਸ਼ੋਰੈਂਸ ਵਿੱਚ ਵੀ ਡਿਸੇਬਿਲਿਟੀ ਇੰਸ਼ੋਰੈਂਸ ਹੋ ਸਕਦੀ ਹੈ, ਪਰ ਡਿਸੇਬਿਲਿਟੀ ਇੰਸ਼ੋਰੈਂਸ ਪਾਲਿਸੀ ਦਾ ਓਨਰ ਬੈਂਕ ਹੀ ਹੁੰਦਾ ਹੈ, ਯਾਨੀ ਕਿ ਅਗਰ ਕੋਈ ਡਿਸੇਬਿਲਿਟੀ ਹੋਈ ਤਾਂ ਬੈਂਕ ਨੇ ਸਿਰਫ ਆਪਣੀ ਮਾਰਗੇਜ ਦੀ ਪੇਮੈਂਟ ਰਿਕਵਰ ਕਰਨ ਲਈ ਹੀ ਇਸ ਨੂੰ ਵਰਤਣਾ ਹੈ। ਇਸ ਲਈ ਅਜਿਹੀ ਪਾਲਿਸੀ ਦੇ ਵਿੱਚ ਤੁਹਾਨੂੰ ਕੋਈ ਪੇਮੈਂਟ ਨਹੀਂ ਮਿਲ ਸਕੇਗੀ। ਬੈਂਕ ਤੋਂ ਲਈ ਗਈ ਅਜਿਹੀ ਡਿਸੇਬਿਲਿਟੀ ਦੀ ਕਵਰੇਜ $3000 ਤੋਂ ਵੱਧ ਵੀ ਨਹੀਂ ਹੁੰਦੀ। ਇਸੇ ਲਈ ਆਪਣੀ ਪਰਸਨਲ ਡਿਸੇਬਿਲਿਟੀ ਇੰਸ਼ੋਰੈਂਸ ਲੈ ਲੈਣੀ ਜ਼ਿਆਦਾ ਫਾਇਦੇਮੰਦ ਸਾਬਤ ਹੋ ਸਕਦੀ ਹੈ। ਇੱਕ ਤਾਂ ਤੁਸੀਂ ਕਵਰੇਜ ਆਪਣੀ ਆਮਦਨ ਮੁਤਾਬਕ ਚੁਣ ਸਕਦੇ ਹੋ ਤੇ ਦੂਸਰਾ ਇਸ ਵਿਚਲੇ ਬੈਨੀਫਿਟਸ ਆਪਣੀ ਲੋੜ ਮੁਤਾਬਕ ਇਸਤੇਮਾਲ ਕਰ ਸਕਦੇ ਹੋ। ਜਦ ਤੱਕ ਤੁਸੀਂ ਕਿਸ਼ਤਾਂ ਭਰਦੇ ਰਹੋਗੇ ਇਹ ਕਵਰੇਜ ਬਣੀ ਰਹੇਗੀ, ਨਹੀਂ ਤਾਂ ਗਰੁੱਪ ਇੰਸ਼ੋਰੈਂਸ ਵਾਂਗ ਕੰਮ ਛੱਡਣ ਤੇ ਇਹ ਕਵਰੇਜ ਬੰਦ, ਨਾ ਹੀ WSIB ਵਾਂਗ ਇਸ ਕੰਮ ਕਰਨ ਤੇ ਹੀ ਇਹ ਕਵਰੇਜ ਮਿਲੇਗੀ, ਨਾ CPP ਡਿਸੇਬਿਲਿਟੀ ਵਾਂਗ ਕਿਸੇ ਬਹੁਤ ਹੀ ਗੰਭੀਰ ਡਿਸੇਬਿਲਿਟੀ ਹੋਣ 'ਤੇ ਮਿਲੇ ਕੋਈ ਬੈਨੀਫਿਟ, ਤੇ ਨਾ ਹੀ ਬੈਂਕ ਤੋਂ ਮਿਲਣ ਵਾਲੀ ਡਿਸੇਬਿਲਿਟੀ ਇੰਸ਼ੋਰੈਂਸ ਵਾਂਗ ਕੋਈ ਮੈਕਸਿਮਮ ਬੈਨੀਫਿਟ ਲਿਮਿਟ। ਡਿਸੇਬਿਲਿਟੀ ਨੂੰ ਲੈ ਕੇ ਇੱਕ ਬਹੁਤ ਹੀ ਇੰਪੋਰਟੈਂਟ ਸਵਾਲ ਅਕਸਰ ਪੁੱਛਿਆ ਜਾਂਦਾ ਹੈ ਕਿ ਇਸ ਪਾਲਿਸੀ ਦੇ ਵਿੱਚ ਕੀ ਪੂਰੀ ਦੀ ਪੂਰੀ ਇਨਕਮ ਹੀ ਰਿਪਲੇਸ ਹੋ ਜਾਂਦੀ ਹੈ, ਯਾਨੀ ਕਿ ਜਿੰਨਾ ਅਸੀਂ ਡਿਸੇਬਿਲਿਟੀ ਹੋਣ ਤੋਂ ਪਹਿਲਾਂ ਕਮਾ ਰਹੇ ਸੀ ਕਿ ਡਿਸੇਬਿਲਿਟੀ ਬੈਨੀਫਿਟ ਵੀ ਉਨਾ ਹੀ ਮਿਲੇਗਾ। ਡਿਸੇਬਿਲਿਟੀ ਇੰਸ਼ੋਰੈਂਸ ਦਾ ਮਕਸਦ ਤੁਹਾਡੀ ਆਮਦਨ ਦਾ ਪੂਰਾ ਬਦਲ ਕਰਨਾ ਨਹੀਂ ਹੁੰਦਾ। ਜੇਕਰ ਅਜਿਹਾ ਹੋਵੇ ਤਾਂ ਫਿਰ ਕਿਸੇ ਡਿਸੇਬਿਲਿਟੀ ਤੋਂ ਉਭਰਨ ਕੇ ਮੁੜ ਦੁਬਾਰਾ ਕੰਮ ਕਰਨ ਦਾ ਉਤਸ਼ਾਹ ਹੀ ਖਤਮ ਹੋ ਜਾਵੇਗਾ। ਦਰਅਸਲ
ਡਿਸੇਬਿਲਿਟੀ ਇੰਸ਼ੋਰੈਂਸ ਤੁਹਾਡੀ ਆਮਦਨੀ ਦਾ 60 ਤੋਂ ਲੈ ਕੇ 75% ਤੱਕ ਦਾ ਘਾਟਾ ਹੀ ਪੂਰਾ ਕਰ ਸਕਦੀ ਹੈ। ਜੇਕਰ ਕੋਈ ਡਿਸੇਬਿਲਿਟੀ ਆ ਪਈ ਤਾਂ ਘੱਟ ਤੋਂ ਘੱਟ ਜ਼ਰੂਰੀ ਖਰਚੇ ਤਾਂ ਚੱਲਦੇ ਹੀ ਰਹਿਣਗੇ ਤੇ ਤੁਹਾਨੂੰ ਸਮਾਂ ਮਿਲ ਸਕੇਗਾ ਇਸ ਡਿਸੇਬਿਲਿਟੀ ਤੋਂ ਉਭਰਨ ਦਾ। ਇੱਕ ਗੱਲ ਇੱਥੇ ਜ਼ਿਕਰਯੋਗ ਹੈ ਕਿ ਕਿਸੇ ਡਿਸੇਬਿਲਿਟੀ ਹੋਣ ਦਾ ਪ੍ਰਭਾਵ ਸਿਰਫ ਵਕਤੀ ਹੀ ਨਹੀਂ ਹੁੰਦਾ, ਬਲਕਿ ਕਈ ਵਾਰ ਲੰਬੇ ਸਮੇਂ ਤੱਕ ਇਸ ਤੋਂ ਉੱਭਰ ਪਾਉਣਾ ਸੌਖਾ ਨਹੀਂ ਹੁੰਦਾ। ਡਿਸੇਬਿਲਿਟੀ ਹੋਣ ਤੇ ਨਾ ਸਿਰਫ ਆਮਦਨੀ ਰੁਕ ਸਕਦੀ ਹੈ, ਬਲਕਿ ਸਾਡੀ ਕੀਤੀ ਗਈ ਬਚਤ ਵੀ ਸਿਰੇ ਲੱਗ ਜਾਂਦੀ ਹੈ ਤੇ ਬਹੁਤੀ ਵਾਰ ਡਿਸੇਬਿਲਿਟੀ ਤੋਂ ਰਿਕਵਰ ਹੋਣ ਤੋਂ ਬਾਅਦ ਪਹਿਲੇ ਜਿੰਨਾ ਕਮਾਉਣ ਦੀ ਸਮਰੱਥਾ ਵੀ ਨਹੀਂ ਰਹਿ ਜਾਂਦੀ। ਫਿਰ ਅਜਿਹੇ 'ਚ ਆਪਣੇ ਕੈਰੀਅਰ ਜਾਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਵੇਖਿਆ ਸੁਪਨਾ ਜਾਂ ਫਿਰ ਆਪਣੀ ਰਿਟਾਇਰਮੈਂਟ ਪਲੈਨਿੰਗ ਧਰੀ ਧਰਾਈ ਰਹਿ ਸਕਦੀ ਹੈ। ਉਮੀਦ ਹੈ ਇਸ ਐਪੀਸੋਡ ਦੇ ਵਿੱਚ ਤੁਸੀਂ ਵੱਖ-ਵੱਖ ਤਰ੍ਹਾਂ ਦੇ ਮਿਲਣ ਵਾਲੇ ਡਿਸੇਬਿਲਿਟੀ ਬੈਨੀਫਿਟਸ ਬਾਰੇ ਜਾਣਕਾਰੀ ਹੋਵੋਗੇ। ਇਸੇ ਸਿਲਸਿਲੇ ਨੂੰ ਜਾਰੀ ਰੱਖਦੇ ਹਾਂ ਅਗਲੇ ਐਪੀਸੋਡ ਦੇ ਵਿੱਚ ਵੀ ਅਸੀਂ ਪਰਸਨਲ ਡਿਸੇਬਿਲਿਟੀ ਬੈਨੀਫਿਟਸ ਨੂੰ ਹੋਰ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਕੋਈ ਜਾਣਕਾਰੀ ਮਿਸ ਨਾ ਕਰ ਜਾਓ, ਇਸ ਲਈ ਜਲਦੀ ਨਾਲ ਬੈਲ ਆਈਕਨ ਦਬਾ ਕੇ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਨਹੀਂ ਤਾਂ ਫਿਰ every Monday you will miss Sing the Fun Day।